प्यारे विद्यार्थियों, ਅਸੀਂ अपना चैप्टर त्रिभुजां ਦੀ ਸਰਬਸਮਤਾ ਕਰ ਰਹੇ ਸੀ, ਜਿਸ ਦੇ ਵਿੱਚ ਅਸੀਂ ਕਰਿਆ ਸੀ ਕਿ ਦੋ त्रिभुजा ਸਰਬਸਮ ਹੁੰਦੀਆਂ ਹਨ ਜੇਕਰ ਉਹਨਾਂ ਦੇ 6 ਸੰਗਤ ਭਾਗ ਬਰਾਬਰ ਹੁੰਦੇ ਹਨ। ਜਿਵੇਂ त्रिभुज ABC ਤੇ DEF ਹੈ ਜਿਹੜੀਆਂ ਉਹ ਸਾਡੀਆਂ ਸਰਬਾਂਗ ਸਮ ਸਾਨੂੰ ਦਿੱਤੀਆਂ ਗਈਆਂ ਹਨ। ਤਾਂ ਅਸੀਂ ਕਹਾਂਗੇ ਕਿ ਇਹਨਾਂ ਦੇ 6 ਸੰਗਤ ਭਾਗ ਮਤਲਬ 3 ਭੁਜਾਵਾਂ ਤੇ 3 ਕੋਣ ਜਿਹੜੇ ਹਨ ਉਹ ਬਰਾਬਰ ਹੋਣਗੇ। ਤੁਹਾਨੂੰ ਪਤਾ ਹੀ ਹੈ ਕਿ ਨਿਯਮ ਦੇ ਅਨੁਸਾਰ ਜੇ ਅਸੀਂ ਲਿਖਣਾ ਹੈ ਤਾਂ ਸਾਡਾ AB ਭੁਜਾ ਹੈ ਜਿਹੜੀ ਉਹ DE ਦੇ ਬਰਾਬਰ ਹੋਏਗੀ, BC ਭੁਜਾ ਹੈ ਜਿਹੜੀ ਉਹ EF ਦੇ ਬਰਾਬਰ ਹੋਏਗੀ, AC ਭੁਜਾ ਹੈ ਜਿਹੜੀ ਉਹ DF ਦੇ ਬਰਾਬਰ ਹੋਏਗੀ। ਇਸੇ ਤਰ੍ਹਾਂ ਸਾਡਾ ਜਿਹੜਾ ਕੋਣ A ਹੈ ਉਹ ਕੋਣ D ਦੇ ਬਰਾਬਰ ਹੋਏਗਾ, ਕੋਣ B ਹੈ ਜਿਹੜਾ ਉਹ E ਦੇ ਬਰਾਬਰ ਹੋਏਗਾ ਤੇ ਕੋਣ C ਹੈ ਜਿਹੜਾ F ਦੇ। ਜੇਕਰ ਸਾਨੂੰ ਸੰਕੇਤਿਕ ਰੂਪ ਦਿੱਤਾ ਗਿਆ ਹੈ ਅਸੀਂ ਸੰਕੇਤਿਕ ਰੂਪ ਤੋਂ ਵੀ ਅਸੀਂ 6 ਸੰਗਤ ਭਾਗ ਜਿਹੜੇ ਹਨ ਬਰਾਬਰ ਲਿਖ ਸਕਦੇ ਹਨ। ਇਸ ਦੀ ਤੁਹਾਨੂੰ ਪ੍ਰੈਕਟਿਸ ਹੋਣੀ ਚਾਹੀਦੀ ਹੈ। ਅਸੀਂ ਆਪਣਾ ਲਾਸਟ ਉਹਦੇ ਵਿੱਚ ਕੀਤਾ ਸੀ ਭੁਜਾ ਕੋਣ ਭੁਜਾ SAS ਸਰਬਸਮਤਾ ਦਾ ਮਾਪਦੰਡ, ਜਿਸ ਦੇ ਵਿੱਚ ਅਸੀਂ ਕਿਹਾ ਸੀ ਕਿ त्रिभुज ABC ਅਤੇ DEF ਵਿੱਚ ਅਗਰ ਸਾਡੇ ਕੋਲ AB ਭੁਜਾ ਹੈ ਜਿਹੜੀ ਉਹ DE ਦੇ ਬਰਾਬਰ ਹੈ, ਕੋਣ A ਹੈ ਜਿਹੜਾ ਉਹ ਕੋਣ D ਦੇ ਬਰਾਬਰ ਹੈ ਅਤੇ ਸਾਡੇ ਕੋਲ DF ਭੁਜਾ ਹੈ ਜਿਹੜੀ ਉਹ AC ਦੇ ਬਰਾਬਰ ਹੈ, ਯਾਨੀ ਕਿ ਦੋ ਭੁਜਾਵਾਂ ਤੇ ਉਹਨਾਂ ਦਾ ਅੰਤਰਗਤ ਕੋਣ ਬਰਾਬਰ ਹੋਵੇ ਤਾਂ ਅਸੀਂ ਕਹਾਂਗੇ SAS ਸਰਬਸਮਤਾ ਮਾਪਦੰਡ ਦੇ ਅਨੁਸਾਰ त्रिभुज ABC ਹੈ ਜਿਹੜੀ ਉਹ ਸਰਵਾਂਗ ਸਮ ਹੋਏਗੀ त्रिभुज DEF ਤੇ, ਯਾਨੀ ਕਿ ਦੋ ਭੁਜਾਵਾਂ ਤੇ ਉਹਨਾਂ ਦਾ ਅੰਤਰਗਤ ਕੋਣ ਅਗਰ ਦੂਸਰੀ त्रिभुज ਦੀਆਂ ਦੋ ਸੰਗਤ ਭੁਜਾਵਾਂ ਤੇ ਉਹਨਾਂ ਦੇ ਅੰਤਰਗਤ ਕੋਣ ਦੇ ਬਰਾਬਰ ਹੋਏ ਤਾਂ ਅਸੀਂ ਕਹਾਂਗੇ SAS ਸਰਵਸਮਤਾ ਦੇ ਮਾਪਦੰਡ ਦੇ ਅਕੋਰਡਿੰਗ ਇਹ ਦੋਨੋਂ त्रिभुजां ਕੀ ਹੋਣਗੀਆਂ, ਸਰਵਾਂਗ ਸਮ ਹੋਣਗੀਆਂ। ਅਸੀਂ ਆਪਣੇ ਇੱਕ ਦੋ ਜਿਹੜੇ ਸਾਡੇ ਸਵਾਲ ਸੀ ਉਹ ਰਹਿ ਗਏ ਸੀ, ਆਓ ਅਸੀਂ ਉਹਨਾਂ ਨੂੰ ਕਰਕੇ ਦੇਖੀਏ। ਸਾਨੂੰ ਚਿੱਤਰ ਦੇ ਵਿੱਚ ਦਿੱਤਾ ਗਿਆ ਹੈ ਕਿ AB ਹੈ ਜਿਹੜੀ ਅਤੇ CD ਇੱਕ ਦੂਜੇ ਨੂੰ O ਦੇ ਉੱਤੇ ਸਮਦੋਭਾਜਕ ਕਰਦੀਆਂ ਹਨ। ਸਮਦੋਭਾਜਕ ਦਾ ਮਤਲਬ ਜਿਹੜੀ AB ਹੈ ਉਸ ਦੇ ਵਿੱਚ ਕੀ ਹੋਏਗਾ, AO ਹੈ ਜਿਹੜਾ ਉਹ OB ਦੇ ਬਰਾਬਰ ਹੋਏਗਾ, ਇੱਦਾਂ ਹੀ ਜਿਹੜਾ CO ਹੈ ਉਹ OD ਦੇ ਬਰਾਬਰ ਹੋਏਗਾ। ਦੋਨੋਂ त्रिभुजां AOC ਅਤੇ BOD ਦੇ ਬਰਾਬਰ ਭਾਗਾਂ ਦੇ ਜੋੜੇ ਦੱਸੋ ਕਿਹੜੇ ਕਿਹੜੇ ਹੋਣਗੇ। ਫਿਰ ਉਹੀ ਗੱਲ ਅਸੀਂ ਇਹ ਵੀ ਕਿਹਾ ਸੀ ਕਿ ਅਸੀਂ त्रिभुजां ਨੂੰ ਦੁਆਰਤੀ ਵੀ ਬਣਾ ਸਕਦੇ ਹਾਂ। ਅਗਰ ਮੈਂ ਦੁਆਰਤੀ ਬਣਾਵਾਂ ਤਾਂ AOC ਤੇ ਦੂਜੀ ਸਾਈਡ ਮੇਰੇ ਕੋਲ ਕਿਹੜੀ ਬਣ ਰਹੀ ਹੈ BO ਤੇ D। ਅਸੀਂ ਕਿਹਾ ਕਿ AO ਹੈ ਜਿਹੜੀ ਉਹ BO ਦੇ ਬਰਾਬਰ ਹੈ ਕਿਉਂਕਿ ਇਹ ਸਮਦੋਭਾਜਕ ਹੋ ਰਹੀਆਂ ਹਨ। ਤਾਂ ਅਸੀਂ ਕਹਾਂਗੇ ਵੀ त्रिभुज AOC ਅਤੇ त्रिभुज BOD ਦੇ ਵਿੱਚ ਸਾਡੇ ਕੋਲ ਕੀ ਹੈ, AO ਹੈ ਜਿਹੜਾ ਉਹ BO ਦੇ ਬਰਾਬਰ ਹੈ। ਇਸੇ ਤਰ੍ਹਾਂ ਸਾਡੇ ਕੋਲ ਜਿਹੜਾ CO ਹੈ ਉਹ ਕਿਸ ਦੇ ਬਰਾਬਰ ਹੈ, OD ਦੇ। CO ਬਰਾਬਰ ਹੈ DO ਦੇ। ਉਸ ਤੋਂ ਬਾਅਦ ਅਸੀਂ ਕਹਾਂਗੇ ਕਿ ਇਹ ਦੋ ਕੋਣ 1 ਤੇ ਕੋਣ 2 ਬਰਾਬਰ ਹੋਣਗੇ। ਹੁਣ ਇਹ ਕਿਹੜੇ ਕੋਣ ਹਨ, ਸਾਰਿਆਂ ਨੂੰ ਪਤਾ ਹੈ ਕਿ ਦੋ ਕਾਟਵੀਂ ਰੇਖਾਵਾਂ ਦੇ ਜਿਹੜੇ ਕੋਣ ਬਣਦੇ ਹਨ ਇਹਨਾਂ ਕੋਣਾਂ ਨੂੰ ਕੀ ਬੋਲਦੇ ਹਾਂ ਅਸੀਂ, ਸਿਖਰ ਸਨਮੁਖ ਕੋਣ। ਤੁਸੀਂ ਛੋਟੀ ਕਲਾਸਾਂ ਦੇ ਵਿੱਚ ਕੀਤਾ ਹੋਇਆ ਕਿ ਅਗਰ ਦੋ ਕਾਟਵੀਆਂ ਰੇਖਾਵਾਂ ਆਪਸ 'ਚ ਕੱਟਦੀਆਂ ਹਨ ਤਾਂ ਉਹਨਾਂ ਦੇ ਸਿਖਰ ਸਨਮੁਖ ਕੋਣ ਹਨ ਜਿਹੜੇ ਉਹ ਬਰਾਬਰ ਹੁੰਦੇ ਹਨ। ਇਸ ਲਈ ਕੋਣ 1 ਹੈ ਜਿਹੜਾ ਉਹ ਕਿਸ ਦੇ ਬਰਾਬਰ ਹੋਏਗਾ, ਕੋਣ 2 ਦੇ। ਤਾਂ ਦੇਖੋ ਦੋ ਭੁਜਾਵਾਂ ਤੇ ਉਹਨਾਂ ਦੇ ਅੰਤਰਗਤ ਕੋਣ, ਯਾਨੀ ਕਿ ਇੱਕ त्रिभुज ਦੀਆਂ ਦੋ ਭੁਜਾਵਾਂ ਤੇ ਉਹਨਾਂ ਦਾ ਅੰਤਰਗਤ ਕੋਣ ਦੂਸਰੀ त्रिभुज ਦੀਆਂ ਦੋ ਸੰਗਤ ਭੁਜਾਵਾਂ ਤੇ ਅੰਤਰਗਤ ਕੋਣ ਦੇ ਬਰਾਬਰ ਹੈ। ਤਾਂ ਅਸੀਂ ਕਹਾਂਗੇ ਇਹ ਦੋਨੋਂ त्रिभुजां ਕੀ ਹਨ, ਸਰਬਾਂਗ ਸਮ ਹਨ। ਹੁਣ ਸਰਬਾਂਗ ਸਮਤਾ ਦਾ ਅਸੀਂ ਕਿਹੜਾ ਕਥਨ ਸੱਚ ਹੋਏਗਾ, ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸੱਚ ਹੋਏਗਾ, ਇਸ ਦਾ ਅਸੀਂ ਸੁਮੇਲ ਦੇਖਣਾ ਹੈ। ਤਾਂ ਅਸੀਂ ਦੇਖੀਏ ਕਿ A ਦਾ ਜਿਹੜਾ ਸੁਮੇਲ ਹੈ ਉਹ ਕਿਸ ਦੇ ਨਾਲ ਹੋਏਗਾ, B ਦੇ ਨਾਲ, O ਦਾ O ਦੇ ਨਾਲ ਤੇ C ਦਾ D ਦੇ ਨਾਲ। ਤਾਂ ਅਸੀਂ ਕਹਾਂਗੇ त्रिभुज AOC सर्वांग सम है BOD।
त्रिभुज AOC ਸਰਬਾਂਗ ਸਮ ਹੈ त्रिभुज BOD, यानी कि साडा ਜਿਹੜਾ ਸੈਕਿੰਡ ਹੈ B ਪਾर्ट ਇਹ ਕੀ ਹੋਏਗਾ, ਸਹੀ ਹੋਏਗਾ। ਹੁਣ ਤੁਹਾਨੂੰ ਸਰਵਾਂਗ ਸਮਤਾ ਦਾ ਜਿਹੜਾ ਨਿਯਮ ਹੈ, ਸੰਕੇਤਿਕ ਰੂਪ ਹੈ, ਉਹ ਬਹੁਤ ਹੀ ਚੰਗੀ ਤਰ੍ਹਾਂ ਲਿਖਣਾ ਆ ਗਿਆ ਹੋਏਗਾ। ਆਓ ਅਸੀਂ ਆਪਣੇ ਅਗਲੇ ਜਿਹੜਾ ਹੈਗਾ ਨਿਯਮ ਦੇ ਵੱਲ ਵੱਧਦੇ ਹਾਂ, ਜਿਸ ਦੇ ਅਸੀਂ ਅੱਜ ਸਵਾਲ ਵੀ ਕਰਨੇ ਹਾਂ। ਤੇ ਕੌਣ ਪੂਜਾ ਕੌਣ, ਇਹ ਐਸੇ ਸਰਬਸੰਮਤਾ ਦਾ ਮਾਪਦੰਡ ਜੇਕਰ ਸਾਨੂੰ ਦੋਨੇ ਤ੍ਰਿਭੁਜਾਂ ਦੇ ਵਿੱਚ ਹੁਣ ਕੌਣ A ਹੈ ਜਿਹੜਾ ਉਹ D ਦੇ ਬਰਾਬਰ, AB ਪੂਜਾ DE ਦੇ ਬਰਾਬਰ, ਉਸ ਤੋਂ ਬਾਅਦ ਸਾਨੂੰ ਕੌਣ B ਹੈ ਜਿਹੜਾ E ਦੇ ਬਰਾਬਰ ਦਿੱਤਾ ਗਿਆ ਹੈ। ਯਾਨੀ ਕਿ ਅਸੀਂ ਇਹ ਕਹਿ ਸਕਦੇ ਹਾਂ ਜੇਕਰ ਇੱਕ ਤ੍ਰਿਭੁਜ ਦੇ ਦੋ ਕੋਣ ਤੇ ਉਹਨਾਂ ਦੀ ਵਿਚਕਾਰਲੀ ਭੁਜਾ ਕਰਮਵਾਰ ਕਿਸੇ ਦੂਸਰੇ ਤ੍ਰਿਭੁਜ ਦੇ ਦੋ ਸੰਗਤ ਕੋਣਾਂ ਅਤੇ ਉਹਨਾਂ ਦੀ ਵਿਚਕਾਰਲੀ ਭੁਜਾ ਦੇ ਬਰਾਬਰ ਹੋਣ ਤਾਂ ਦੋਨੇ ਤ੍ਰਿਭੁਜਾਂ ਸਰਵਾਂਗ ਸਮ ਹੁੰਦੀਆਂ ਹਨ। ਤਾਂ ਪਿਆਰੇ ਬੱਚਿਓ, ਸਾਡਾ ਜਿਹੜਾ ਸਰਬਸੰਮਤਾ ਦਾ ਅੱਜ ਅਸੀਂ ਤੀਜਾ ਜਿਹੜਾ ਹੈਗਾ ਨਿਯਮ ਕਰ ਰਹੇ ਹਾਂ। ਤੀਜਾ ਨਿਯਮ ਹੈ ਸਾਡਾ ਕੌਣ ਪੂਜਾ ਕੌਣ, SAS ਸਰਬਸੰਮਤਾ ਦਾ ਨਿਯਮ, ਇੰਗਲਿਸ਼ ਦੇ ਵਿੱਚ ਐਂਗਲ ਸਾਈਡ ਐਂਗਲ, ਯਾਨੀ ਕਿ ਕੌਣ ਪੂਜਾ ਕੌਣ ਸਰਬਸੰਮਤਾ ਦੇ ਨਿਯਮ ਦੇ ਅਨੁਸਾਰ ਅਗਰ ਸਾਡੀਆਂ ਦੋ ਤ੍ਰਿਭੁਜਾਂ ਦੇ ਵਿੱਚ ਦੋ ਕੋਣ, ਯਾਨੀ ਕਿ ਕੌਣ A ਹੈ ਜਿਹੜਾ ਉਹ ਕਿਸ ਦੇ ਬਰਾਬਰ ਹੈ, D ਦੇ, ਕੌਣ B ਹੈ ਜਿਹੜਾ ਉਹ E ਦੇ ਬਰਾਬਰ ਹੈ, ਤੇ ਇਹਨਾਂ ਦੇ ਅੰਤਰਗਤ ਭੁਜਾ ਵੀ ਤੁਹਾਨੂੰ ਪਤਾ ਹੈ ਕਿ ਦੋ ਕੋਣਾਂ ਦੇ ਵਿਚਕਾਰਲੀ ਜਿਹੜੀ ਭੁਜਾ ਹੈ ਉਸ ਨੂੰ ਕੀ ਬੋਲਦੇ ਹਾਂ ਅਸੀਂ, ਅੰਤਰਗਤ ਭੁਜਾ ਔਰ ਵਿਚਕਾਰਲੀ ਭੁਜਾ। ਦੂਸਰੀ ਤ੍ਰਿਭੁਜ ਦੇ ਸੰਗਤ ਕੋਣ ਤੇ ਵਿਚਕਾਰਲੀ ਭੁਜਾ ਦੇ ਬਰਾਬਰ ਹੋਵੇ ਤਾਂ SAS ਸਰਬਸੰਮਤਾ ਮਾਪਦੰਡ ਦੇ ਅਕੋਰਡਿੰਗ ਇਹ ਦੋਨੋਂ ਤ੍ਰਿਭੁਜਾਂ ਕੀ ਹੋਣਗੀਆਂ, ਸਰਬਾਂਗ ਸਮ ਹੋਣਗੀਆਂ। ਤਾਂ ਪਿਆਰੇ ਵਿਦਿਆਰਥੀਓ, ਹੁਣ ਅਸੀਂ ਅਗਰ ਗੱਲ ਕਰੀਏ ਕੌਣ ਪੂਜਾ ਕੌਣ SAS ਸਰਬਸੰਮਤਾ ਮਾਪਦੰਡ, ਦੇਖੋ ਬੱਚਿਓ, ਹੁਣ ਤ੍ਰਿਭੁਜ ABC ਤੇ DEF ਦੇ ਵਿੱਚ ਤੁਸੀਂ ਕਿਹਾ ਵੀ ਕੌਣ ਸੀ 65 ਡਿਗਰੀ ਹੈ, ਕੌਣ B 45 ਡਿਗਰੀ ਤੇ AB ਸਾਈਡ ਹੈ ਕਿ 5 ਸੈਂਟੀਮੀਟਰ। ਐਦਾਂ ਹੀ ਦੂਸਰੀ ਤ੍ਰਿਭੁਜ ਦੇ ਵਿੱਚ ਵੀ ਮੈਂ ਕਿਹਾ ਵੀ ਇਹ ਕੌਣ ਕੀ ਹੈ 65 ਡਿਗਰੀ 45 ਡਿਗਰੀ ਤੇ ਭੁਜਾ ਕਿੰਨੀ ਆ 5 ਸੈਂਟੀਮੀਟਰ। ਹੁਣ ਔਰ ਇਹ ਜਿਹੜੀ ਭੁਜਾ ਹੈ ਇਹ ਵਿਚਕਾਰਲੀ ਭੁਜਾ ਨਹੀਂ ਆ ਰਹੀ, ਪਰ ਅਸੀਂ ਫੇਰ ਵੀ ਕਹਾਂਗੇ ਕਿ ਇਹ ਤ੍ਰਿਭੁਜਾਂ ਕੀ ਹਨ, ਸਰਬਾਂਗ ਸਮ ਹਨ। ਇਸ ਨਿਯਮ ਨੂੰ ਅਸੀਂ AAS ਨਿਯਮ ਵੀ ਲਿਖ ਸਕਦੇ ਹਾਂ। ਨਿਯਮ ਤਾਂ ਹੋਈ ਹੈ ASA, ਤਾਂ AAS ਨਿਯਮ ਕਿਉਂ ਬਣ ਗਿਆ, ਕਿਉਂਕਿ ਸਾਨੂੰ ਪਤਾ ਹੈ ਕਿ ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ, 180 ਡਿਗਰੀ ਹੁੰਦਾ ਹੈ। ਇਸ ਲਈ ਜੇਕਰ ਇੱਕ ਤ੍ਰਿਭੁਜ ਦੇ ਦੋ ਕੋਣ ਕਿਸੇ ਤ੍ਰਿਭੁਜ ਦੇ ਦੋ ਸੰਗਤ ਕੋਣਾਂ ਦੇ ਬਰਾਬਰ ਹੋਣ ਤਾਂ ਦੋਨੇ ਤ੍ਰਿਭੁਜਾਂ ਤੀਸਰਾ ਸੰਗਤ ਕੋਣ ਵੀ ਬਰਾਬਰ ਹੋਏਗਾ। ਸਾਨੂੰ ਪਤਾ ਵੀ ਇਹ 45 ਡਿਗਰੀ ਹੈ, ਇਹ 65 ਡਿਗਰੀ ਹੈ। ਇਹਦਾ ਮਤਲਬ ਅਗਰ ਅਸੀਂ ਦੇਖੀਏ ਤਾਂ ਇਹ ਸਾਡਾ ਕਿੰਨਾ ਹੋਏਗਾ 70 ਡਿਗਰੀ, ਕਿਉਂਕਿ ਸਾਨੂੰ ਪਤਾ ਹੈ ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜਿਹੜਾ ਜੋੜ ਹੈ ਉਹ ਕਿੰਨਾ ਹੁੰਦਾ ਹੈ 180 ਡਿਗਰੀ। ਅਗਰ ਅਸੀਂ 45 ਡਿਗਰੀ ਤੇ 65 ਡਿਗਰੀ ਨੂੰ ਜੋੜੀਏ ਤਾਂ ਸਾਡੇ ਕੋਲ ਕਿੰਨਾ ਆ ਗਿਆ 110 ਡਿਗਰੀ। ਇਹਦਾ ਮਤਲਬ ਇਹ ਕੋਣ ਕਿੰਨਾ ਹੋਏਗਾ 70 ਡਿਗਰੀ। ਤੇ ਇਹ ਕੋਣ ਵੀ ਹੁਣ ਅਗਰ ਦੇਖੀਏ ਤਾਂ ਇਸ ਤ੍ਰਿਭੁਜ ਦੇ ਵਿੱਚ ਵੀ ਇਹ ਕੋਣ ਕਿੰਨੇ ਦਾ ਹੋਏਗਾ ਸਾਡੇ ਕੋਲ 70 ਡਿਗਰੀ। ਹੁਣ ਦੇਖੋ ਸਾਡੇ ਕੋਲ ਦੋ ਕੋਣ ਤੇ ਉਹਨਾਂ ਦੀ ਵਿਚਕਾਰਲੀ ਭੁਜਾ ਕੀ ਹੋਗੀ ਬਰਾਬਰ, ਤਾਂ ਅਸੀਂ ਕਹਾਂਗੇ ਕਿ ਦੋਨੋਂ ਤ੍ਰਿਭੁਜਾਂ ਕੀ ਹਨ, ਸਰਬਾਂਗ ਸਮ ਹਨ। ਤਾਂ ਇਸ ਨਿਯਮ ਦੇ ਵਿੱਚ ਇਹ ਜ਼ਰੂਰ ਹੋਣਾ ਚਾਹੀਦਾ ਵੀ ਸਾਨੂੰ ਜਿਹੜੀ ਇੱਕ ਸਾਈਡ ਹੈ ਉਹ ਬਰਾਬਰ ਜ਼ਰੂਰ ਦਿੱਤੀ ਹੋਣੀ ਚਾਹੀਦੀ ਹੈ, ਔਰ ਦੋ ਕੋਣ ਅਗਰ ਸਾਨੂੰ ਦਿੱਤੇ हैं ਤੀਜਾ ਕੋਣ ਵੀ ਸਾਡਾ ਕੀ ਹੋਏਗਾ ਬਰਾਬਰ ਹੋਏਗਾ, ਤਾਂ ਅਸੀਂ ਕਹਾਂਗੇ ਵੀ ਤ੍ਰਿਭੁਜਾਂ ਕੀ ਹੈ ਸਰਬਾਂਗ ਸਮ ਹਨ। ਇਸ ਲਈ ਕੌਣ ਪੂਜਾ ਕੌਣ ASA ਨੂੰ ਅਸੀਂ ਕੌਣ ਕੌਣ ਪੂਜਾ ਦੇ ਰੂਪ ਵਿੱਚ ਵੀ ਵਰਤ ਸਕਦੇ ਹਾਂ ਲੋੜ ਪੈਣ ਤੇ। ਆਓ ਅਸੀਂ ਹੁਣ ਕੁਝ ਸਵਾਲ ਕਰਕੇ ਦੇਖਦੇ ਹਾਂ। ASA ਸਰਬਸੰਮਤਾ ਦਾ ਪ੍ਰਯੋਗ ਕਰਕੇ ਤ੍ਰਿਭੁਜ ABC ਸਰਵਾਂਗ ਸਮ ਤ੍ਰਿਭੁਜ QRP ਸਥਾਪਿਤ ਕਰਨਾ ਹੈ। ਜੇਕਰ ਇਹ ਦਿੱਤਾ ਹੋਵੇ ਕਿ BC ਹੈ ਜਿਹੜਾ ਉਹ RP, ਇਸ ਸਰਬਸੰਮਤਾ ਨੂੰ ਸਥਾਪਿਤ ਕਰਨ ਲਈ ਸਾਨੂੰ ਹੋਰ ਕਿਹੜੇ ਤੱਥਾਂ ਦੀ ਜ਼ਰੂਰਤ ਹੋਵੇਗੀ। ਤਾਂ ਅਸੀਂ ਕੀ ਕਰਦੇ ਹਾਂ, ਸਭ ਤੋਂ ਪਹਿਲਾਂ ਦੋਨੋਂ ਤ੍ਰਿਭੁਜਾਂ ਬਣਾਉਂਦੇ ਹਾਂ। ਪਹਿਲੀ ਤ੍ਰਿਭੁਜ ਕਿਹੜੀ ਹੈ ਮੇਰੀ ABC ਤੇ ਦੂਜੀ ਤ੍ਰਿਭੁਜ QRP। ਹੁਣ ਅਸੀਂ ਕਿਹਾ ਵੀ ਦੋਨੋਂ ਤ੍ਰਿਭੁਜਾਂ ਕੀ ਹਨ, ਸਰਬਾਂਗ ਸਮ ਹਨ। ਸਾਨੂੰ BC ਹੈ ਜਿਹੜਾ
ਉਹ ਕਿਸ ਦੇ ਬਰਾਬਰ ਦਿੱਤਾ ਹੈ? RP ਦੇ। ਹੁਣ ਅਸੀਂ ਨਿਯਮ ਕਿਹੜਾ ਲਾਣਾ ਹੈ? ASA। ਅਸੀਂ ਕਿਹਾ ਸੀ ਵੀ ASA ਦੇ ਨਿਯਮ ਦੇ ਅਨੁਸਾਰ ਦੋ ਕੋਣ ਤੇ ਉਹਨਾਂ ਦੀ ਵਿਚਕਾਰਲੀ ਭੁਜਾ। ਹੁਣ ਸਾਨੂੰ ਵਿਚਕਾਰਲੀ ਭੁਜਾ ਦੇਤੀ BC ਤੇ ਇੱਧਰ RP। ਇਸ ਦਾ ਮਤਲਬ ਸਾਨੂੰ ਕੋਣ B ਪਤਾ ਹੋਣਾ ਚਾਹੀਦਾ ਵੀ ਕੋਣ B ਹੈ ਜਿਹੜਾ ਉਹ ਕੋਣ R ਦੇ ਬਰਾਬਰ ਹੋਣਾ ਚਾਹੀਦਾ ਹੈ ਤੇ ਕੋਣ C ਹੈ ਜਿਹੜਾ ਉਹ ਕਿਸ ਦੇ ਬਰਾਬਰ ਹੋਣਾ ਚਾਹੀਦਾ? ਕੋਣ P ਦੇ। ਤਾਂ ਅਸੀਂ ਕਹਾਂਗੇ ਕਿ ASA ਸਰਬਸੰਮਤਾ ਦੇ ਨਿਯਮ ਦੇ ਅਨੁਸਾਰ ਦੋਨੋਂ ਤ੍ਰਿਭੁਜਾਂ ਕੀ ਹੋਣਗੀਆਂ? ਸਰਬਾਂਗ ਸਮ ਹੋਣਗੀਆਂ। ਯਾਨੀ ਕਿ ਜੇਕਰ ਅਸੀਂ ASA ਸਰਬਸੰਮਤਾ ਦਾ ਨਿਯਮ ਦਾ ਪ੍ਰਯੋਗ ਕਰਕੇ ਇਹ ਸ਼ੋਅ ਕਰਨਾ ਕਿ ਦੋ ਤ੍ਰਿਭੁਜਾਂ ਕੀ ਹਨ? ਸਰਬਾਂਗ ਸਮ ਹਨ, ਤਾਂ ਸਾਨੂੰ ਹੋਰ ਕਿਹੜੇ ਨਿਯਮ ਦੀ ਲੋੜ ਪੈਣਗੇ? ਦੋ ਕੋਣਾਂ ਦੀਆਂ ਲੋੜ ਪੈਗੀ। ਸਾਡੀ ਉਦਾਹਰਨ ਅਗਲੀ ਹੈ ਕਿ ਤੁਸੀਂ ASA ਸਰਬਸੰਮਤਾ ਦਾ ਮਾਪਦੰਡ ਦਾ ਪ੍ਰਯੋਗ ਕਰਕੇ ਇਹ ਸਿੱਟਾ ਕੱਢ ਸਕਦੇ ਹੋ ਕਿ ਤ੍ਰਿਭੁਜ AOC ਸਰਬਾਂਗ ਸਮ ਹੈ ਤ੍ਰਿਭੁਜ BOD। ਦੇਖੋ AOC ਇਹ ਸਾਡੀ ਤ੍ਰਿਭੁਜ ਹੈ। ਦੂਜੀ ਸਾਡੀ ਕਿਹੜੀ ਹੈ? BOD। ਹੁਣ ਇਸ ਦੇ ਵਿੱਚ ਇਹ ਕੋਣ 70 ਡਿਗਰੀ ਹੈ ਤਾਂ ਇਹ ਵੀ ਕੋਣ 70। ਇਹ ਕੋਣ ਕਿੰਨਾ ਹੋਏਗਾ? 30 ਡਿਗਰੀ। ਕਿਉਂ? ਕਿਉਂਕਿ ਕਾਟਮੀ ਰੇਖਾਵਾਂ ਦੇ ਸਿਖਰ ਸਨਮੁਖ ਕੋਣ ਕੀ ਹੁੰਦੇ ਹਨ? ਬਰਾਬਰ ਹੁੰਦੇ ਹਨ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਤ੍ਰਿਭੁਜ AOC ਅਤੇ ਤ੍ਰਿਭੁਜ BOD ਵਿੱਚ ਦੇਖੋ AC ਹੈ ਜਿਹੜਾ ਉਹ ਕਿਸ ਦੇ ਬਰਾਬਰ ਹੋਏਗਾ? ਸਾਡੇ ਕੋਲ DB ਦੇ। ਦੋਨੋਂ ਕਿੰਨੇ ਆ? 3 ਸੈਂਟੀਮੀਟਰ। ਉਸ ਤੋਂ ਬਾਅਦ ਕੋਣ C ਹੈ ਜਿਹੜਾ ਉਹ ਕੋਣ D, ਦੋਨੋਂ 70 ਡਿਗਰੀ ਦਿੱਤੇ ਗਏ ਹਨ ਸਾਨੂੰ। ਇੱਦਾਂ ਹੀ ਕੋਣ AOC ਹੈ ਜਿਹੜਾ ਤੇ ਕੋਣ BDOB ਹੈ, ਇਹ ਦੋਨੋਂ ਕੀ ਹੋਣਗੇ? 30 ਡਿਗਰੀ ਦੇ। ਕਿਉਂਕਿ ਇਹ 30 ਡਿਗਰੀ ਹੈ ਤਾਂ ਸਿਖਰ ਸਨਮੁਖ ਕੋਣ ਇਹ ਵੀ ਕਿੰਨਾ ਹੋਏਗਾ? 30 ਡਿਗਰੀ ਦਾ। ਤਾਂ ਬਾਕੀ ਅਗਰ ਅਸੀਂ ਗੱਲ ਕਰੀਏ ਇਹ ਕੋਣ ਦੀ, ਉਹੀ AS ਨਿਯਮ ਅਨੁਸਾਰ ਜੇ ਸਾਡੇ ਕੋਲ 70 ਹੈ 30 ਹੈ ਤਾਂ ਇਹ ਕੋਣ ਕਿੰਨੇ ਦਾ ਹੋਏਗਾ? 80 ਡਿਗਰੀ ਦਾ। ਕੋਣ A ਕਿੰਨੇ ਦਾ ਹੋਏਗਾ? 80 ਡਿਗਰੀ। ਇਸ ਦਾ ਮਤਲਬ ਕੋਣ B ਵੀ ਉਹਦੇ ਕਿੰਨੇ ਦਾ ਹੋਏਗਾ? ਸਾਡੇ ਕੋਲ 80 ਡਿਗਰੀ ਦਾ। ਤਾਂ ਦੇਖੋ ਦੋ ਕੋਣ ਤੇ ਉਹਨਾਂ ਦੀ ਵਿਚਕਾਰਲੀ ਭੁਜਾ, ਦੋ ਕੋਣ ਤੇ ਉਹਨਾਂ ਦੇ ਵਿਚਕਾਰਲੀ ਭੁਜਾ ਕੀ ਹੈ? ਬਰਾਬਰ ਹੈ। ਤਾਂ ਅਸੀਂ ਕਹਾਂਗੇ ਕਿ ਤ੍ਰਿਭੁਜ AOC ਹੈ ਜਿਹੜੀ ਉਹ ਸਰਬਾਂਗ ਸਮ ਹੈ BOD ਦੇ। ਸੰਕੇਤਿਕ ਰੂਪ ਅਗਰ ਅਸੀਂ ਦੇਖਣਾ ਤਾਂ A B ਦੇ ਬਰਾਬਰ ਹੈ, C ਹੈ ਜਿਹੜਾ ਉਹ D ਦੇ ਬਰਾਬਰ ਹੈ। ਇਹਦਾ ਮਤਲਬ ਜਿਹੜਾ ਸਾਡੇ ਕੋਲ O ਹੈ O ਦੇ ਬਰਾਬਰ। ਤਾਂ ਅਸੀਂ ਕਹਿ ਸਕਦੇ ਹਾਂ ਕਿ AOC ਸਰਬਾਂਗ ਸਮ ਹੈ BOD। ਇਹ ਅਸੀਂ ਕਿਹੜਾ ਨਿਯਮ ਲਾਇਆ? AAS ਨਿਯਮ। AAS ਨਿਯਮ ਨੂੰ ਅਸੀਂ ਚੇਂਜ ਕਿਹਦੇ ਵਿੱਚ ਕਰ ਲਿਆ? ASA ਨਿਯਮ ਦੇ ਵਿੱਚ। ਇਸ ਗੱਲ ਦਾ ਤੁਸੀਂ ਹਮੇਸ਼ਾ ਧਿਆਨ ਰੱਖਣਾ ਹੈ। ਆਓ ਕੁਝ ਸਵਾਲ ਕੋਸ਼ਿਸ਼ ਕਰੋ ਵਿੱਚ ਕਰਦੇ ਹਾਂ ਆਪਾਂ। ਤ੍ਰਿਭੁਜ MNP ਵਿੱਚ ਕੋਣਾ M ਅਤੇ N ਦੇ ਵਿਚਕਾਰਲੀ ਕਿਹੜੀ ਭੁਜਾ ਹੋਏਗੀ? ਅਸੀਂ ਤ੍ਰਿਭੁਜ ਬਣਾਉਂਦੇ ਹਾਂ M N ਤੇ P। ਹੁਣ ਕੋਣ ਕਿਹੜਾ ਕਿਹੜਾ ਲੈਣਾ ਸੀ? M ਤੇ N। ਤਾਂ ਇਹਨਾਂ ਦੇ ਵਿਚਕਾਰਲੀ ਭੁਜਾ ਕਿਹੜੀ ਆ ਗਈ ਸਾਡੇ ਕੋਲ? MN। ਯਾਨੀ ਕਿ ਜਿਹੜੀ MN ਹੈ ਉਹ ਕੀ ਹੈ? ਕੋਣ M ਅਤੇ N ਦੀ ਵਿਚਕਾਰ ਵਾਲੀ ਭੁਜਾ ਹੈ। ਠੀਕ ਹੈ। ਅਗਰ ਮੈਂ ਪੁੱਛਾਂ ਕਿ M ਅਤੇ P ਦੇ ਵਿਚਕਾਰ, ਕੋਣ M ਅਤੇ P ਦੇ ਵਿਚਕਾਰ ਕਿਹੜੀ ਭੁਜਾ ਹੋਏਗੀ? M ਅਤੇ P ਦੇ ਵਿਚਕਾਰ ਕਿਹੜੀ ਭੁਜਾ ਹੋਏਗੀ? MP। ਇਸੇ ਤਰ੍ਹਾਂ ਅਗਰ ਮੈਂ ਪੁੱਛਾਂ ਤੇ N ਅਤੇ P ਦੇ ਵਿਚਕਾਰ ਕਿਹੜੀ ਭੁਜਾ ਹੋਏਗੀ ਤਾਂ ਉਹ ਕਿਹੜੀ ਹੋਏਗੀ? NP। ਸਾਡਾ ਦੂਜਾ ਸਵਾਲ ਹੈ ASA ਸਰਬਸੰਮਤਾ ਮਾਪਦੰਡ ਦੀ ਵਰਤੋਂ ਕਰਕੇ ਤੁਸੀਂ DEF ਸਰਬਾਂਗ ਸਮ ਹੈ ਤ੍ਰਿਭੁਜ MNP ਸਥਾਪਿਤ ਕਰਨਾ ਚਾਹੁੰਦੇ ਹੋ। ਤੁਹਾਨੂੰ ਦਿੱਤਾ ਗਿਆ ਹੈ ਕੋਣ D ਬਰਾਬਰ ਕੋਣ M ਅਤੇ ਕੋਣ F ਬਰਾਬਰ ਕੋਣ P। ਇਸ ਸਰਬਸੰਮਤਾ ਨੂੰ ਸਥਾਪਿਤ ਕਰਨ ਦੇ ਲਈ ਹੋਰ ਕਿਹੜੇ ਤੱਥਾਂ ਦੀ ਜ਼ਰੂਰਤ ਹੈ? ਰਫ ਚਿੱਤਰ ਬਣਾ ਕੇ ਕੋਸ਼ਿਸ਼ ਕਰੋ।
आओ असी रफ चित्र बनाते हाँ। साडे कोल पहली त्रिभुज है DEF ते दूजी है MN ते P। हुण सानू कौन D है जिहड़ा वो M दे बराबर दिता गया है, कौन F है जिहड़ा वो P दे बराबर दिता गया है। हुण असीं नियम किहड़ा लेना है, ASA नियम। तो साडे कोल दो कौन तो बराबर हैं संगत कौन, तो इस साइड विचकारली भुजा किहड़ी आ गई साडे कोल DF, ते इस साइड साडे कोल किहड़ी आ गई विचकारली भुजा MP। तो सानू किहड़े तत्त दी लोड़ है, सानू ये दी लोड़ है कि DF भुजा है जिहड़ी वो MP दे बराबर होनी चाहिए है। तो ASA सर्वसमता मापदंड के अकॉर्डिंग त्रिभुज DEF है जिहड़ी, त्रिभुज DEF है जिहड़ी ये सर्वांग सम होएगी त्रिभुज MNP दे। तो इस गल का तुसीं ध्यान रखना है कि संकेतिक रूप है जिहड़ा वो साडा ठीक होना चाहिए है। इस गल ते मैं बार बार जोर इसलिए दे रहा हाँ क्योंकि अगर तुसीं संकेतिक रूप गलत लिखता तो तुहाडा सारा ही जिहड़ा सवाल है वो गलत जाएगा। इस करके तुहाडा जिहड़ा संकेतिक रूप है वो ठीक होना चाहिए है। साडा तीजा सवाल है, चित्र दे विच सानू त्रिभुजां दे कुछ भाग अंकित किए गए हैं। ASA सर्वसमता दा मापदंड का प्रयोग करके असीं देखना है त्रिभुजां दे किहड़े-किहड़े जोड़े सर्वांग सम हन। सर्वसमता की स्थिति दे विच असीं उन्हां नूं संकेतिक रूप दे विच भी लिखना है। तो आओ असीं पहले सवाल दे वल चलदे हां। सानू त्रिभुज ABC अते त्रिभुज DEF विच पहला असीं सिंपल लिख लैंदे हां। संकेतिक रूप जदों असीं लिखांगे तो असीं इन्हां दा जिहड़ा ऑर्डर है वो चेंज भी कर सकते हाँ। सब तो पहला कौन A है जिहड़ा साडा 40 डिग्री है, तो इस साइड कौन F है जिहड़ा वो भी 40 डिग्री है। इसका मतलब कौन A है जिहड़ा वो F दे बराबर है। उस तो बाद कौन B है जिहड़ा 60 डिग्री है, तो दूजी त्रिभुज दे विच साडे कोल कौन E है जिहड़ा वो 60 डिग्री है। दोनों कौन बराबर। हुण दोनों कौन ते उन्हां दे विचकारली भुजा, इस साइड विचकारली भुजा AB है, तो इस साइड साडे कोल विचकारली भुजा किहड़ी है EF है। दोनों बराबर हैं 3.5 सेंटीमीटर। तो असीं कह सकते हाँ ASA नियम के अनुसार ये त्रिभुजां की हन, सर्वांग सम हन। हुण असीं सर्वांग समता दा संकेतिक रूप लिखना है। उस दे लई आओ असीं देखिए कि साडे जिहड़ा किहड़ियां संगत भुजावां हन जां संगत कौन हन वो बराबर होणगे जां सुमेल साडा की बनेगा। देखो A दा F दे नाल, सानूं साफ पता लग रहा B दा E दे नाल, ते बच गया C, ते इस साइड साडे कोल D। इसका मतलब त्रिभुज ABC सर्वांग सम है त्रिभुज FED। देखो ये साडा सही संकेतिक रूप है। अगर तुसी लिखोगे ABC सर्वांग सम है DEF तो वो साडा संकेतिक रूप की होएगा, रॉन्ग होएगा। तो तुसी ये याद रखना है जदों भी संकेतिक रूप लिखना है तो तुसी हमेशा इस तरह तुसी सुमेल लिख लो भी A दा किस दे नाल बनदा, B दा किस नाल, C दा किस नाल। उस तो बाद तुसी त्रिभुज ABC सर्वांग सम है FED, फिर तुसी संकेतिक रूप जदों लिखोगे तो तुहाडा सही होवेगा बिल्कुल। ऐदा ही दूजा अगर सवाल है, हुण तुसी ये सवाल मेरे नाल नाल करना है, सब ने बोलना है कि त्रिभुज सब तो पहला PQR अते त्रिभुज हाँ जी FDE विच फिर असी देखिए कि कौन Q किस दे बराबर है, कौन D दे। दोनों किन्ने हैं 90 डिग्री दे। उस तो बाद कौन R है जिहड़ा वो किस दे बराबर है, कौन E दे। दोनों किन्ने हैं 50 डिग्री दे। उस तो बाद साडे कोल भुजा किहड़ी बराबर है, PR बराबर है EF दे किन्ना 3.5 सेंटीमीटर। हुण तुसी कहोगे कि
ਕੋਣਾਂ ਦੇ ਵਿਚਕਾਰਲੀ ਭੁਜਾ ਤਾਂ ਬਰਾਬਰ ਨਹੀਂ ਹੈ, ਬਰਾਬਰ ਤਾਂ ਸਾਨੂੰ ਦਿੱਤੀ ਗਈ ਨਹੀਂ। ਫਿਰ ਅਸੀਂ ਕੀਤਾ ਸੀ AAS ਨਿਯਮ। ਅਸੀਂ ਕਰਿਆ ਸੀ ਕਿ ਅਗਰ ਇਹ ਕੋਣ 90 ਡਿਗਰੀ ਹੈ, 50 ਡਿਗਰੀ ਹੈ, ਤਾਂ ਸਾਡਾ ਕੋਲ ਅਗਰ ਅਸੀਂ 180 ਵਿੱਚੋਂ ਮਾਈਨਸ ਕਰੀਏ, ਕਿਉਂਕਿ ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ, 180 ਡਿਗਰੀ ਹੁੰਦਾ ਹੈ। 90 ਜਮਾ 50 ਕਿੰਨਾ ਹੋ ਗਿਆ ਸਾਡੇ ਕੋਲ 140। 180 ਵਿੱਚੋਂ ਅਗਰ ਅਸੀਂ 140 ਘਟਾਈਏ ਤਾਂ ਕਿੰਨਾ ਪੀ ਕੋਣ ਕਿੰਨਾ ਹੋ ਗਿਆ 40 ਡਿਗਰੀ। ਐਦਾਂ ਹੀ ਸਾਡੇ ਕੋਲ ਕੋਣ F ਵੀ ਕਿੰਨਾ ਆਏਗਾ 40 ਡਿਗਰੀ। ਤਾਂ ਅਸੀਂ ਕਹਿ ਸਕਦੇ ਹਾਂ ਕੋਣ P ਬਰਾਬਰ ਹੈ ਕੋਣ F ਬਰਾਬਰ ਹੈ 40 ਡਿਗਰੀ। ਹੁਣ ਤੁਸੀਂ ਕਹਿ ਸਕਦੇ ਹੋ ਕਿ ਦੋ ਕੋਣ ਤੇ ਵਿਚਕਾਰਲੀ ਭੁਜਾ, ਦੋ ਕੋਣ ਵੀ ਬਰਾਬਰ ਹਨ ਤੇ ਵਿਚਕਾਰਲੀ ਭੁਜਾ ਵੀ ਬਰਾਬਰ ਹੈ, ਤਾਂ ਸਾਡੀਆਂ ਇਹ ਤ੍ਰਿਭੁਜਾਂ ਕੀ ਹੋਣਗੀਆਂ। ਹੁਣ ਅਸੀਂ ASA ਨਿਯਮ ਤਾਂ ਬਣਾ ਲਿਆ, ਪਰ ਇਹ ਨਿਯਮ ਕਿਸ ਤੋਂ ਬਣਾਇਆ ਅਸੀਂ, AAS ਨਿਯਮ ਤੋਂ। ਕਿਵੇਂ, ਕਿਉਂਕਿ ਅਸੀਂ ਕੀ ਕੀਤਾ ਸੀ ਕਿ ਦੋ ਕੋਣ ਦਿੱਤੇ ਗਏ ਸੀ ਤ੍ਰਿਭੁਜ ਦੇ, ਤੀਸਰਾ ਕੋਣ ਅਸੀਂ ਪਤਾ ਕਰ ਲਿਆ, ਕਿਉਂਕਿ ਸਾਨੂੰ ਵਿਚਕਾਰਲੀ ਭੁਜਾ ਅਸੀਂ ਲੈਣੀ ਸੀ। ਵਿਚਕਾਰਲੀ ਭੁਜਾ ਦੇ ਸਾਨੂੰ ਦੋ ਕੋਣ ਨਹੀਂ ਪਤਾ ਸੀ, ਉਹ ਦੋ ਕੋਣ ਅਸੀਂ ਪਤਾ ਕਰ ਲਏ। ਤਾਂ ਅਸੀਂ ਕਹਿ ਸਕਦੇ ਹਾਂ ਦੋਨੋਂ ਤ੍ਰਿਭੁਜਾਂ ਕੀ ਹਨ, ਸਰਵਾਂਗ ਸਮ ਹਨ। ਸੰਕੇਤਿਕ ਰੂਪ ਲਿਖਣਾ ਹੈ। ਸੰਕੇਤਿਕ ਰੂਪ ਸਾਨੂੰ ਪਤਾ ਹੈ ਵੀ P ਦਾ ਕਿਸ ਦੇ ਨਾਲ ਸੁਮੇਲ ਬਣਿਆ, F ਦੇ ਨਾਲ, Q ਦਾ D ਨਾਲ, ਤੇ R ਦਾ ਅਗਰ ਅਸੀਂ ਦੇਖੀਏ, ਦੇਖੋ ਇਸ ਦੇ ਵਿੱਚ ਸਾਨੂੰ ਕੋਣ Q ਤੇ ਕੋਣ D 90 ਡਿਗਰੀ ਤੇ ਕੋਣ R ਤੇ ਇਸ ਸਾਈਡ ਕੋਣ E। ਇਸ ਗੱਲ ਦਾ ਧਿਆਨ ਰੱਖਣਾ ਹੈ, ਜਦੋਂ ਵੀ ਤੁਸੀਂ ਕੋਣ ਲਿਖਣੇ ਹਨ ਉਹ ਸਾਡੇ ਸਹੀ ਹੋਣੇ ਚਾਹੀਦੇ ਹਨ। ਤਾਂ ਕੋਣ R ਦਾ ਸੁਮੇਲ ਕਿਸ ਦੇ ਨਾਲ ਬਣਿਆ, E ਦੇ ਨਾਲ। ਜਦੋਂ ਤੁਸੀਂ ਸੁਮੇਲ ਲਿਖੋਗੇ, ਅਗਰ ਤੁਹਾਡੀ ਕੋਈ ਗਲਤੀ ਵੀ ਹੈ, ਤੁਸੀਂ ਉਸ ਸਵਾਲ ਦੇ ਵਿੱਚ ਆਪਣੀ ਗਲਤੀ ਨੂੰ ਵੀ ਲੱਭ ਸਕਦੇ ਹੋ, ਤੇ ਜਿਹੜਾ ਸੁਮੇਲ ਹੈ ਉਹ ਤੁਸੀਂ ਹਮੇਸ਼ਾ ਸਹੀ ਲਿਖਣਾ ਹੈ। ਇਹਦਾ ਮਤਲਬ ਤ੍ਰਿਭੁਜ PQR ਸਰਵਾਂਗ ਸਮ ਹੋਏਗਾ ਤ੍ਰਿਭੁਜ FDE ਦੇ। ਤਾਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ। ਕਈ ਵਾਰ ਕੀ ਹੁੰਦਾ ਹੈ, ਸਵਾਲ ਦੇ ਵਿੱਚ ਗਲਤੀ ਵੀ ਹੋ ਜਾਂਦੀ ਹੈ ਤੁਹਾਡੀ, ਉਸ ਗਲਤੀ ਨੂੰ ਜਦੋਂ ਅਸੀਂ ਸੁਮੇਲ ਲਿਖਣਾ ਹੈ ਉਸ ਦੇ ਵਿੱਚ ਅਸੀਂ ਚੈੱਕ ਕਰ ਸਕਦੇ ਹਨ, ਕਿਉਂਕਿ ਉਹਦੇ Q ਦਾ D ਨਾਲ, R ਦਾ ਵੀ D ਨਾਲ ਬਣ ਰਿਹਾ ਸੀ। ਤਾਂ ਇਸ ਦਾ ਮਤਲਬ ਮੈਂ ਜਿਹੜਾ ਕੋਣ E ਸੀ ਉਸ ਦੀ ਥਾਂ ਤੇ ਕੋਣ D ਲਿਖ ਲਿਆ ਸੀ, ਤਾਂ ਉਸ ਨੂੰ ਸਹੀ ਵੀ ਕਰ ਸਕਦੇ ਹਾਂ ਅਸੀਂ। ਤਾਂ ਆਓ ਅਸੀਂ ਹੁਣ ਅਗਲੇ ਉਹਦੇ ਵੱਲ ਵੱਧਦੇ ਹਾਂ। ਸਾਡਾ ਜਿਹੜਾ ਅਗਲਾ ਸਵਾਲ ਸੀ ਸਾਡੇ ਕੋਲ, ਦੂਜਾ ਨੰਬਰ ਸਵਾਲ ਅਸੀਂ ਕੀਤਾ ਸੀ, ਤੀਜਾ ਅਸੀਂ ਸਵਾਲ ਕਰਨਾ ਸੀ। ਤੀਜੇ ਸਵਾਲ ਦੇ ਵਿੱਚ ਫਿਰ ਤੁਹਾਨੂੰ ਤ੍ਰਿਭੁਜ PRQ ਅਤੇ ਤ੍ਰਿਭੁਜ MLN ਵਿੱਚ ਆਰਡਰ ਅਸੀਂ ਕਿਹਾ ਸੀ ਵੀ ਅਸੀਂ ਚੇਂਜ ਵੀ ਕਰ ਸਕਦੇ ਹਾਂ। ਉਹ ਬਾਅਦ 'ਚ ਜਦੋਂ ਅਸੀਂ ਸਰਵਸੰਮਤਾ ਦਾ ਸੰਕੇਤਿਕ ਰੂਪ ਲਿਖਾਂਗੇ ਉਸ ਦੇ ਵਿੱਚ ਅਸੀਂ ਚੇਂਜ ਕਰ ਸਕਦੇ ਹਾਂ। ਹੁਣ ਦੇਖੋ, ਹੁਣ ਮੈਨੂੰ ਦੋ ਕੋਣ ਤੇ ਵਿਚਕਾਰਲੀ ਭੁਜਾ, ਦੋ ਕੋਣ ਤੇ ਵਿਚਕਾਰਲੀ ਭੁਜਾ ਦਿੱਤੀ ਗਈ ਹੈ, ਇਸ ਕਰਕੇ ਮੈਨੂੰ ਤੀਜਾ ਕੋਣ ਪਤਾ ਕਰਨ ਦੀ ਲੋੜ ਨਹੀਂ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕੋਣ R ਹੈ ਜਿਹੜਾ ਉਹ ਕਿਸ ਦੇ ਬਰਾਬਰ ਹੈ, ਕੋਣ L ਦੇ। ਦੋਨੋਂ ਕਿੰਨੇ ਹਨ, 60 ਡਿਗਰੀ। ਕੋਣ Q ਹੈ ਜਿਹੜਾ ਉਹ ਕਿਸ ਦੇ ਬਰਾਬਰ ਹੈ, ਕੋਣ N ਦੇ। ਦੋਨੋਂ ਕਿੰਨੇ ਹਨ, 30 ਡਿਗਰੀ ਦੇ। RQ ਭੁਜਾ ਹੈ ਜਿਹੜੀ ਉਹ ਮੇਰੀ ਕਿਸ ਦੇ ਬਰਾਬਰ ਹੈ, LN ਦੇ। ਕਿੰਨੀ, 6 ਸੈਂਟੀਮੀਟਰ। ਤਾਂ ਅਸੀਂ ਕਹਾਂਗੇ ASA ਨਿਯਮ ਅਨੁਸਾਰ ਇਹ ਦੋਨੋਂ ਤ੍ਰਿਭੁਜਾਂ ਕੀ ਹੋਣਗੀਆਂ, ਸਰਵਾਂਗ ਸਮ ਹੋਣਗੀਆਂ। ਸੰਕੇਤਿਕ ਰੂਪ ਲਿਖਣਾ ਹੈ, ਸਾਨੂੰ ਪਤਾ R ਦਾ ਸੁਮੇਲ L ਨਾਲ, Q ਦਾ N ਨਾਲ, ਤੇ ਇੱਕ ਬਚਿਆ ਸਾਡੇ ਕੋਲ P ਦਾ ਕਿਸ ਦੇ ਨਾਲ, M ਨਾਲ। ਤਾਂ ਅਸੀਂ ਲਿਖ ਸਕਦੇ ਹਾਂ ਕਿ ਤ੍ਰਿਭੁਜ RQP ਸਰਵਾਂਗ ਸਮ ਹੈ ਤ੍ਰਿਭੁਜ LNM। ਤਾਂ ਹੁਣ ਸਾਡਾ ਜਿਹੜਾ ਸੰਕੇਤਿਕ ਰੂਪ ਹੈ ਉਹ ਬਿਲਕੁਲ ਸਹੀ ਹੈ। ਤੁਸੀਂ ਅਗਰ PRQ ਦੇ ਰੂਪ ਵਿੱਚ ਲਿਖਣਾ ਜਾਂ PQR, ਆਰਡਰ ਠੀਕ ਕਰਨਾ ਹੈ, ਤੁਸੀਂ ਲਿਖ ਸਕਦੇ ਹੋ ਕੋਣ PQ ਤ੍ਰਿਭੁਜ PQR ਸਰਵਾਂਗ ਸਮ ਹੈ। ਤਾਂ ਉਹਦੇ ਤੋਂ ਅਸੀਂ ਕਰ ਸਕਦੇ ਹਾਂ PQR ਤਾਂ MNL ਤ੍ਰਿਭੁਜ MNL। ਤੁਸੀਂ ਸੰਕੇਤਿਕ ਰੂਪ ਇਹ ਲਿਖ ਲਓ ਚਾਹੇ ਇਹ ਲਿਖ ਦਿਓ, ਦੋਨੋਂ ਹੀ ਸੰਕੇਤਿਕ ਰੂਪ ਸਾਡੇ ਸਹੀ ਹਨ, ਪਰ ਜਿਹੜਾ ਆਰਡਰ ਹੈ ਉਹ ਸਾਡਾ ਠੀਕ ਹੋਣਾ ਚਾਹੀਦਾ ਹੈ। ਸੰਗਤ ਭਾਗ ਜਿਹੜੇ ਹਨ ਉਹ ਸੇਮ ਪੋਜੀਸ਼ਨ ਤੇ ਹੋਣੇ ਚਾਹੀਦੇ ਹਨ।
ਚੌਥੇ ਸਵਾਲ ਦੇ ਵਿੱਚ ਦੋਨੋਂ ਤ੍ਰਿਭੁਜਾਂ ਸਾਨੂੰ ਇੱਕ ਹੀ ਉਸ ਦੇ ਵਿੱਚ ਦਿੱਤੀਆਂ ਗਈਆਂ ਹਨ ਚਿੱਤਰ ਦੇ ਵਿੱਚ। ਤੁਸੀਂ ਇਹਨਾਂ ਦੋਨਾਂ ਤ੍ਰਿਭੁਜਾਂ ਨੂੰ ਅਗਰ ਤੁਹਾਨੂੰ ਕੰਪਲਿਕੇਟਿਡ ਲੱਗਦਾ ਹੈ ਤਾਂ ਤੁਸੀਂ ਦੋਨੇ ਤ੍ਰਿਭੁਜਾਂ ਨੂੰ ਅਲੱਗ-ਅਲੱਗ ਕੱਢ ਕੇ ਵੀ ਲਿਖ ਸਕਦੇ ਹੋ। ਜਿਵੇਂ ਮੈਂ ਪਹਿਲੀ ਤ੍ਰਿਭੁਜ ਏ ਡੀ ਬੀ ਲਿਖ ਲਈ। ਮੇਰੀ ਜਿਹੜੀ ਦੂਜੀ ਤ੍ਰਿਭੁਜ ਹੈ ਉਹ ਬਣ ਰਹੀ ਹੈ ਏ ਬੀ ਤੇ ਸੀ। ਹੁਣ ਕੋਣਾਂ ਦੀ ਗੱਲ ਆ ਗਈ ਤਾਂ ਸਾਡੇ ਕੋਲ ਅਗਰ ਅਸੀਂ ਕੋਣ ਦੀ ਗੱਲ ਕਰੀਏ ਤਾਂ ਇਹ ਕੋਣ ਕਿੰਨੇ ਦਾ ਸਾਡੇ ਕੋਲ 30 ਡਿਗਰੀ ਦਾ। ਇਹ ਪੂਰਾ ਕੋਣ ਅਗਰ ਅਸੀਂ ਦੇਖੀਏ, ਕਿਉਂਕਿ ਅਸੀਂ ਆ ਪੂਰਾ ਕੋਣ ਲੈ ਰਹੇ ਹਾਂ, ਤਾਂ ਪੂਰਾ ਕੋਣ ਦੇਖੀਏ ਤਾਂ 30 ਜਮਾ 45 ਡਿਗਰੀ, ਤਾਂ ਸਾਡੇ ਕੋਲ ਕਿੰਨਾ ਹੋ ਗਿਆ 75 ਡਿਗਰੀ। ਇਸੇ ਤਰ੍ਹਾਂ ਇਸ ਸਾਈਡ ਦੀ ਅਗਰ ਅਸੀਂ ਗੱਲ ਕਰੀਏ ਤਾਂ ਕੋਣ A ਸਾਡਾ 30 ਡਿਗਰੀ, ਕੋਣ B ਹੈ ਜਿਹੜਾ ਅਗਰ ਅਸੀਂ ਲਿਖੀਏ ਤਾਂ ਫਿਰ ਕਿੰਨਾ ਹੋ ਗਿਆ 75 ਡਿਗਰੀ। ਅਸੀਂ ਕਹਿ ਸਕਦੇ ਹਾਂ ਕਿ ਤ੍ਰਿਭੁਜ ADB ਅਤੇ ਤ੍ਰਿਭੁਜ ABC ਵਿੱਚ ਕੋਣ A ਬਰਾਬਰ ਹੈ ਕੋਣ B। ਦੋਨੋਂ ਕਿੰਨੇ ਹਨ 75 ਡਿਗਰੀ ਦੇ, ਕਿਉਂਕਿ ਇਸ ਦੇ ਵਿੱਚ ਕੋਣ A, ਹੁਣ ਦੇਖੋ ਔਰ ਇਹ ਮੈਂ ਕੋਣ B ਲਿਖ ਰਹੇ ਹਾਂ। ਤੁਸੀਂ ਇਸ ਕੋਣ ਨੂੰ ਹੋਰ ਕੀ ਲਿਖ ਸਕਦੇ ਹੋ? ਅਗਰ ਅਸੀਂ ਪੂਰਾ ਲਿਖਣਾ ਹੈ ਅਸੀਂ ਲਿਖ ਸਕਦੇ ਹਾਂ DAB। ਅਸੀਂ ਇੱਦਾਂ ਲਿਖਦੇ ਹਾਂ DAB, ਤੇ ਇਸ ਸਾਈਡ ਕੀ ਲਿਖੀਏ ਅਸੀਂ CBA। ਦੋਨੋਂ ਕਿੰਨੇ ਹਨ ਸਾਡੇ 75 ਡਿਗਰੀ ਦੇ। ਇਸੇ ਤਰ੍ਹਾਂ ABD ਤੇ ਇਸ ਸਾਈਡ ਸਾਡੇ ਕੋਲ CAB, ਇਹ ਕਿੰਨੇ ਹਨ 30 ਡਿਗਰੀ ਦੇ। ਦੋਨਾਂ ਦੇ ਵਿਚਕਾਰਲੀ ਭੁਜਾ AB ਬਰਾਬਰ ਹੈ AB, ਇਹ ਕੀ ਹੈ ਸਾਡੇ ਕੋਲ ਸਾਂਝੀ ਭੁਜਾ। ਤਾਂ ਅਸੀਂ ਕਹਾਂਗੇ ASA ਨਿਯਮ ਦੇ ਅਨੁਸਾਰ ਇਹ ਦੋਨੋਂ ਤ੍ਰਿਭੁਜਾਂ ਕੀ ਹੋਣਗੀਆਂ ਸਰਬਾਂਗ ਸਮ। ਸੰਕੇਤਿਕ ਰੂਪ ਲਿਖਣਾ ਹੈ। ਸੰਕੇਤਿਕ ਰੂਪ ਤੁਸੀਂ ਹੁਣ ਆਪ ਲਿਖਣਾ ਹੈ ਕਿ ਸੰਕੇਤਿਕ ਰੂਪ ਦੇ ਵਿੱਚ ਦੋਨੇ ਤ੍ਰਿਭੁਜਾਂ ਨੂੰ ਅਸੀਂ ਕਿਵੇਂ ਸਰਵਾਂਗ ਸਮ ਲਿਖ ਸਕਦੇ ਹਾਂ। ਤਾਂ ਪਿਆਰੇ ਬੱਚਿਓ, ਅੱਜ ਅਸੀਂ ਸਰਬ ਸਮਤਾ ਦੇ ਤੀਜੇ ਨਿਯਮ ASA ਦੀ ਜਿਹੜੀ ਹੈਗੀ ਗੱਲ ਕਰੀ। ਸਾਡਾ ਇੱਕ ਸਰਬ ਸਮਤਾ ਦਾ ਨਿਯਮ ਰਹਿੰਦਾ ਹੈ, ਉਹ ਅਸੀਂ ਆਪਣੇ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਤੇ ਤੁਸੀਂ ਬਾਕੀ ਜਿਹੜੇ ਪਿਛਲੇ ਵੀ ਸੰਕੇਤਿਕ ਅਸੀਂ ਕੀਤੇ ਸੀ ਸਰਬ ਸਮਤਾ ਦੇ ਨਿਯਮ, ਉਹਨਾਂ ਨੂੰ ਚੰਗੀ ਤਰ੍ਹਾਂ ਕਰਨਾ ਹੈ। ਧੰਨਵਾਦ।